ਹੈਲੋ एवरीवन, ਤੁਸੀਂ ਦੇਖ ਰਹੇ ਹੋ ਇਲੈਕਟ੍ਰੀਕਲ ਵਿਜ਼ਾਰਡ। ਇੱਥੇ ਅੱਜ ਆਪਾਂ SSC 2022 ਦੇ ਵਿੱਚ ਆਇਆ ਹੋਇਆ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਪੇਪਰ JEE ਇਲੈਕਟ੍ਰੀਕਲ JEE ਦਾ ਪੇਪਰ ਆ। ਜਿਹੜਾ ਪੁਰਾਣਾ ਪੇਪਰ ਆ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਸਵਾਲ ਹੈ ਜਿਹੜਾ ਉਹ ਹੁਣ ਇੱਦਾਂ ਦੇ ਸਵਾਲ ਆ ਜਿਹੜੇ ਥੋੜ੍ਹਾ ਜਿਹਾ ਟਾਈਮ ਖ਼ਰਾਬ ਕਰਦੇ ਹੁੰਦੇ ਆ। ਇਹ ਸਵਾਲ ਥੋੜ੍ਹਾ ਪ੍ਰੈਕਟਿਸ ਨਾਲ ਹੀ ਆਉਂਦੇ ਆ। ਇਹਦੇ ਵਿੱਚ ਕਰਨਾ ਕੁਛ ਨਹੀਂ ਹੁੰਦਾ, ਤੁਸੀਂ ਨੇ ਫਟਾਫਟ ਇਹਨੇ ਪਲੱਸ ਮਾਈਨਸ ਕਰਨੀ ਆ। ਜਿਵੇਂ ਕਿ ਤੀਜਾ ਨੰਬਰ ਆ ਜਿਹੜਾ 77 ਨੰਬਰ ਆ, 11 ਵੀ ਛੋਟਾ ਅਤੇ 14 ਵੀ ਛੋਟਾ ਨੰਬਰ ਹੈ ਅਤੇ 77 ਆ ਜਿਹੜਾ ਉਹ ਥੋੜ੍ਹਾ ਜਿਹਾ ਵੱਡਾ ਨੰਬਰ ਹੈ। ਇਸ ਕਰਕੇ ਤੁਸੀਂ ਨੇ ਕੀ ਕਰਨਾ, ਸਾਰਿਆਂ ਤੋਂ ਪਹਿਲਾਂ ਇਹਨੂੰ ਮਲਟੀਪਲਾਈ ਕਰਕੇ ਹੀ ਦੇਖਣਾ। ਮਲਟੀਪਲਾਈ ਕਰਨਾ ਜਾਂ ਇਹਨਾਂ ਦੀ ਸਕੇਅਰਿੰਗ ਕਰਨੀ ਆ, ਜਾਂ ਇਹਨੂੰ ਇਕੱਲੇ ਨੂੰ ਅਲੱਗ ਨੰਬਰ ਨਾਲ ਮਲਟੀਪਲਾਈ ਕਰਨਾ, ਇਹਨੂੰ ਅਲੱਗ ਨਾਲ, ਫਿਰ ਉਹਨਾਂ ਦਾ ਪਲੱਸ ਕਰਕੇ ਦੇਖਣਾ ਵੀ ਜੇ ਤਾਂ ਆਹ ਨੰਬਰ ਬਣਦਾ ਤਾਂ ਉਹ ਸੇਮ ਰਿਲੇਸ਼ਨ ਦੇ ਵਿੱਚ ਬਣਦਾ। ਜਿੱਦਾਂ ਕਿ ਹੁਣ ਆਪਾਂ ਇਹਨੂੰ 14 ਨੂੰ ਇਹਦੇ ਨਾਲ ਗੁਣਾ ਕਰਾਂਗੇ। ਬੜਾ ਸਿੰਪਲ ਟਰਿਕ ਸੀ ਇਹਦੇ 'ਚ ਵੀ ਜਦੋਂ ਆਪਾਂ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਇਹਦੀ ਮਲਟੀਪਲੀਕੇਸ਼ਨ ਦਾ ਰਿਜ਼ਲਟ ਆ ਜਿਹੜਾ 154 ਆਉਂਦਾ, ਅਤੇ ਇਹਨੂੰ ਅੱਗੇ 2 'ਤੇ ਡਿਵਾਈਡ ਕਰਨਾ ਤਾਂ ਇਹਦਾ ਆਨਸਰ ਆ ਜਿਹੜਾ ਉਹ 77 ਆਉਂਦਾ। ਠੀਕ ਹੈ ਜੀ। ਅਤੇ ਸਾਰਾ ਡਿਸਕਸ ਆਪਾਂ ਪੰਜਾਬੀ 'ਚ ਕਰਾਂਗੇ, ਨੋਰਮਲ ਇੰਗਲਿਸ਼ ਹੋਊਗੀ ਜਿਹੜੀ ਜਰਨਲੀ ਬੋਲਦੇ ਆਪਾਂ ਸਾਰੇ। ਠੀਕ ਹੈ। ਕੋਸ਼ਿਸ਼ ਇਹੀ ਆ ਕਿ ਵੱਧ ਤੋਂ ਵੱਧ ਪੰਜਾਬੀ ਦੇ ਵਿੱਚ ਇਹਨੂੰ ਸੋਲਵ ਕਰਿਆ ਜਾਊਗਾ। ਹੁਣ ਸੇਮ ਪ੍ਰੋਸੈਸ ਦੇ ਵਿੱਚ ਜੇ ਆਪਾਂ ਦੇਖੀਏ ਵੀ 15 ਨੂੰ ਜੇ 14 ਨਾਲ ਗੁਣਾ ਕਰੀਏ ਤਾਂ ਕਿੰਨਾ ਆਉਂਦਾ, ਅਤੇ ਉਹ ਜਿੰਨਾ ਵੀ ਆਉਂਦਾ ਉਹਨੂੰ ਅੱਗੇ 2 'ਤੇ ਡਿਵਾਈਡ ਕਰਕੇ ਕਿ 105 ਆਪਣੇ ਕੋਲ ਆਉਂਦਾ। ਠੀਕ ਹੈ। ਔਰ ਉਸ ਤੋਂ ਬਾਅਦ ਇਹ ਕੈਲਕੂਲੇਸ਼ਨ ਤੁਸੀਂ ਆਪੇ ਕਰ ਲੈਣੀ ਹੈ। ਮੈਂ ਸਿਰਫ ਤੁਹਾਨੂੰ ਮੁੱਦਾ ਦੱਸਣਾ ਕਿ ਸਵਾਲ ਦਾ ਜਿਹੜਾ ਸਹੀ ਆਨਸਰ ਆ ਉਹ ਇਹੀ ਆ ਕਿ 14 ਨੂੰ 12 ਨਾਲ ਗੁਣਾ ਕਰਾਂਗੇ ਜਦੋਂ, ਠੀਕ ਹੈ, ਇਹ ਆਊਗਾ ਅੱਗੇ ਸਵਾਲ ਜੀ। ਕੁਐਸਚਨ ਨੰਬਰ 1 ਇਹਦੇ ਵਿੱਚ ਕਾਮਨ ਇੱਕ ਟ੍ਰਾਂਜਿਸਟਰ ਆ। ਇਹ ਹੋ ਗਈ ਜੀ ਬੇਸ, ਅਤੇ ਆਹ 2 ਟਰਮੀਨਲ ਤੁਹਾਨੂੰ ਪਤਾ ਹੈ ਇੱਕ ਐਮੀਟਰ ਹੁੰਦਾ। ਠੀਕ ਹੈ। ਆਹ ਲਓ ਜੀ ਐਮੀਟਰ, ਕਾਮਨ ਐਮੀਟਰ, ਇਸ ਕਰਕੇ ਕਾਮਨ ਇਹਨੂੰ ਆਪਾਂ ਗਰਾਊਂਡ ਕਰਤਾ। ਅਤੇ ਦੂਸਰਾ ਇਹਦੇ ਵਿੱਚ ਇੱਥੇ ਇੱਕ ਲੋਡ ਰਜਿਸਟੈਂਸ ਲੱਗੀ ਹੋਈ ਆ, ਉਸ ਤੋਂ ਬਾਅਦ ਇੱਥੇ ਸਪਲਾਈ ਵੋਲਟੇਜ ਆ VCC। ਠੀਕ ਹੈ। ਆਪਾਂ ਪਤਾ ਕੀ ਕਰਨੀ ਆ, ਆਪਾਂ ਸਿਰਫ ਪਤਾ ਆਹ ਵੋਲਟੇਜ ਪਤਾ ਕਰਨੀ ਆ VCE। ਠੀਕ ਹੈ। ਇਹ ਆਪਾਂ ਨੇ ਪਤਾ ਕਰਨੀ ਆ। ਜਿਹੜਾ ਇੱਥੇ ਵੋਲਟੇਜ ਡਰੋਪ ਆ, ਇਹਦੇ 'ਚ ਵੋਲਟੇਜ ਡਰੋਪ ਆ ਜਿਹੜਾ ਇੱਥੇ ਵੋਲਟੇਜ ਡਰੋਪ ਆ ਲੋਡ ਰਜਿਸਟੈਂਸ ਦੇ ਵਿੱਚ, ਉਹ ਹੈਗਾ 0.9 ਵੋਲਟ। ਇਸ ਕਰਕੇ ਇਹਦਾ ਫਾਰਮੂਲਾ ਹੁੰਦਾ VCC = VL, ਜਿਹੜਾ ਵੋਲਟੇਜ ਲੋਡ ਵੋਲਟੇਜ ਦੇ ਵਿੱਚ ਡਰੋਪ ਹੋ ਰਿਹਾ ਪਲੱਸ VCE। VCE ਆਪਾਂ ਨੇ ਪਤਾ ਕਰਨਾ। ਆਪਣੇ ਕੋਲ ਆਹ ਵੋਲਟੇਜ ਆਪਣੇ ਕੋਲ ਦਿੱਤੀ ਹੋਈ ਹੈ, ਇਹ ਹੈਗੀ ਆ 12 ਵੋਲਟ, ਲੋਡ ਹੈਗਾ 0.9 ਆ। ਪਲੱਸ VCE, ਅਤੇ ਇਹਨੂੰ ਅੱਗੇ ਤੁਸੀਂ ਕੈਲਕੂਲੇਟ ਕਰ ਲੈਣਾ। ਇਹਦਾ ਆਨਸਰ ਹੋਊਗਾ 11.1 ਵੋਲਟ। ਆਹ ਇਹਦਾ ਰਾਈਟ ਆਨਸਰ ਹੈ। ਲਓ ਜੀ ਸਵਾਲ ਨੰਬਰ 2, ਦ ਮੋਸਟ ਕਾਮਨਲੀ ਯੂਜ਼ਡ ਨੋਮੀਨਲ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਵੋਲਟੇਜ ਇਜ਼ 11 ਵੋਲਟ। ਆਪਾਂ ਜਿਹੜੀ ਮੋਸਟ ਕਾਮਨਲੀ ਯੂਜ਼ ਕਰਦੇ ਹਾਂ। ਠੀਕ ਹੈ ਜੀ।
the gas which is not produced in the process of the gases biomass is ਬਾਇਓਮਾਸ ਗੈਸਿਸ ਦੇ ਵਿੱਚ ਵੀ ਜਿਹੜੀ ਗੈਸ ਨਹੀਂ ਬਣਦੀ ਉਹ ਹੈਗੀ ਆ ਨਿਓਨ। ਬਾਕੀ ਗੈਸਾਂ ਸਾਰੀਆਂ ਬਰਨ ਹੋਣ 'ਤੇ ਪੈਦਾ ਹੁੰਦੀਆਂ ਨੇ ਬਾਇਓਮਾਸ ਦੇ ਵਿੱਚ। which of the following is incorrect regarding to site selection of the substation ਵਾਸਤੇ ਸਭ ਤੋਂ ਪਹਿਲਾਂ ਤਾਂ ਇਹ ਮੇਨ ਕੰਸਰਨ ਹੁੰਦਾ ਕਿ ਲੈਂਡ ਦੀ ਜਿਹੜੀ ਕੋਸਟ ਆ ਉਹ ਘੱਟ ਤੋਂ ਘੱਟ ਚੀਪ ਹੋਵੇ ਅਤੇ ਰੈਜ਼ੀਡੈਂਸ ਤੋਂ ਬਾਹਰ ਹੋਵੇ। ਟਰਾਂਸਪੋਰਟੇਸ਼ਨ ਫੈਸਿਲਿਟੀ ਹੈ ਜਿਹੜੀ ਉਹ ਮਸਟ ਵੀ ਈਜ਼ੀ ਟੂ ਅਵੇਲੇਬਲ ਹੋਣੀ ਚਾਹੀਦੀ ਹੈ। ਟਰਾਂਸਪੋਰਟੇਸ਼ਨ ਈਜ਼ੀ ਹੋਣੀ ਚਾਹੀਦੀ ਹੈ। ਸ਼ੁੱਡ ਵੀ ਨੀਅਰ ਦਾ ਲੋਡ ਸੈਂਟਰ, ਤਾਂ ਲੋਡ ਸੈਂਟਰ ਦੇ ਬਿਲਕੁਲ ਨਜ਼ਦੀਕ ਹੋਣਾ ਚਾਹੀਦਾ। ਡਜ਼ ਨੋਟ ਡਿਪੈਂਡ ਅਪੋਨ ਦਾ ਟਾਈਪ ਆਫ ਦਾ ਸਬ ਸਟੇਸ਼ਨ। ਉਹ ਕਹਿੰਦਾ ਵੀ ਇਹ ਚੀਜ਼ ਦੀ ਕੋਈ ਲੋੜ ਨਹੀਂ ਹੈਗੀ ਵੀ ਸਬ ਸਟੇਸ਼ਨ ਕਿਹੜੀ ਟਾਈਪ ਦਾ, ਇਸ ਕਰਕੇ ਇਹ ਕੀ ਆ ਇਨਕਰੈਕਟ ਆ। ਇਹ ਡਿਪੈਂਡ ਕਰਦਾ ਕਿ ਕਿਹੜੀ ਟਾਈਪ ਦਾ ਸਬ ਸਟੇਸ਼ਨ ਆਪਾਂ ਲਾ ਰਹੇ ਹਾਂ। ਦਾ ਰਿਐਕਟੈਂਸ ਆਫ 3 ਫੈਰਡ ਕਪੈਸਿਟਰ ਵੈਨ ਕਨੈਕਟਡ ਟੂ DC ਸੋਰਸ। ਦੇਖੋ ਜਿਹੜੀ ਕਪੈਸਿਟੈਂਸ ਰਿਐਕਟੈਂਸ ਹੁੰਦੀ ਆ ਉਹ ਹੁੰਦੀ ਆ XC। XC ਕਿਹਦੇ ਬਰਾਬਰ ਹੁੰਦੀ ਆ 1/2FC। ਠੀਕ ਹੈ ਜੀ, 1/2πFC। ਅਤੇ ਹੁਣ ਜਦੋਂ ਤੁਸੀਂ ਫ੍ਰੀਕੁਐਂਸੀ 0 ਕਰਤੀ ਤਾਂ ਇਹਦਾ ਆਨਸਰ ਆਊਗਾ ਇਨਫਿਨਿਟੀ। ਠੀਕ ਹੈ, 1/0 ਇਕੁਅਲ ਟੂ ਇਨਫਿਨਿਟੀ ਹੁੰਦਾ। ਅਗਲਾ ਸਵਾਲ ਦੇਖੋ। ਅਕੋਰਡਿੰਗ ਟੂ IS ਇੰਡੀਅਨ ਸਟੈਂਡਰਡ ਸਪੈਸੀਫਿਕੇਸ਼ਨ 11C 1964 ਫੋਰ ਆਊਟਡੋਰ ਟਾਈਪ ਆਫ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ the conservator is provided on transformer rating। ਮਤਲਬ ਸੌਖੇ ਅਤੇ ਸਿੱਧੇ ਲਫ਼ਜ਼ਾਂ 'ਚ ਇਹ ਗੱਲ ਹੈ ਕਿ ਕਿੰਨੀ ਪਾਵਰ ਜਾਂ ਕਿੰਨੀ ਕਪੈਸਿਟੀ ਤੋਂ ਬਾਅਦ ਟਰਾਂਸਫਾਰਮਰ ਨੂੰ ਕੰਜ਼ਰਵੇਟਰ ਟੈਂਕ ਆ ਜਿਹੜਾ ਉਹ ਦਿੱਤਾ ਜਾਂਦਾ। ਉਹ ਹੈਗਾ ਜੀ 50 kVA ਤੋਂ ਅਬਵ। 50 kVA ਤੋਂ ਉੱਪਰ ਜਦੋਂ ਹੋਊਗਾ ਨਾ ਉਦੋਂ ਉਹਨੂੰ ਕੰਜ਼ਰਵੇਸ਼ਨ ਟੈਂਕ ਦਿੱਤਾ ਜਾਂਦਾ। ਠੀਕ ਹੈ। ਦ ਇਕੁਏਸ਼ਨ ਫॉर 3 ਫੇਸ ਸਟਾਰ ਕਨੈਕਟਡ ਸਰਕਟ ਐਕਟਿਵ ਪਾਵਰ ਦੀ ਇਕੁਏਸ਼ਨ ਦੱਸਣੀ ਆ ਵੀ ਕਿਹੜੀ ਹੁੰਦੀ ਹੈ। ਐਕਟਿਵ ਪਾਵਰ ਜਿਹੜੀ ਹੁੰਦੀ ਆ ਉਹ ਹੁੰਦੀ ਆ √3VL cos θ ਜਾਂ cos φ। ਇਹ ਕਿਲੋਵਾਟ ਦੇ ਵਿੱਚ ਹੁੰਦੀ ਹੈ ਐਕਟਿਵ ਪਾਵਰ ਕਿਲੋਵਾਟ। ਔਰ ਜਿਹੜੀ ਹੁੰਦੀ ਆ ਰਿਐਕਟਿਵ ਪਾਵਰ KVA ਉਹ ਹੁੰਦੀ ਆ ਇਹ ਹੁੰਦੀ ਆ KVA ਰਿਐਕਟਿਵ ਪਾਵਰ। ਲਿਖਾਈ ਆਪਣੀ ਠੀਕ ਹੀ ਆ ਕਿਉਂਕਿ ਮਾਊਸ ਯੂਜ਼ ਕਰਦੇ ਆਪਣੇ ਕੋਲ ਉਹ ਹੈ ਨਹੀਂ ਆ ਪੈਨਸਿਲ ਜੀ। ਅਤੇ ਕੁਐਸਚਨ ਨੰਬਰ 8 ਹੈਗਾ ਅਤੇ ਕਪੈਸਿਟਰ ਇਜ਼ ਅਲਾਊਡ ਟੂ ਅਕਮੂਲੇਟ ਤਾਂ ਹੁਣ ਇਹਦੇ ਵਿੱਚ ਕੀ ਆ ਇੱਕ ਚਾਰਜ ਦਿੱਤਾ ਹੋਇਆ ਸਾਨੂੰ, ਚਾਰਜ ਦਿੱਤਾ ਹੋਇਆ। ਠੀਕ ਆ 70 ਮਾਈਕਰੋਕੂਲਮ। ਦੂਜਾ ਦਿੱਤਾ ਹੋਇਆ ਕਰੰਟ ਉਹ ਹੈਗਾ 3.5 ਐਂਪੀਅਰ। ਹੁਣ ਟਾਈਮ ਜਿਹੜਾ ਹੁੰਦਾ ਉਹ ਹੁੰਦਾ ਜੀ ਆਪਣਾ ਚਾਰਜ ਬਟੇ ਕਰੰਟ। ਚਾਰਜ ਬਟੇ ਕਰੰਟ ਹੁੰਦਾ ਜੀ ਆਪਣਾ ਟਾਈਮ। ਚਾਰਜ ਹੈਗਾ ਆਪਾਂ ਕੋਲ 70 ਮਾਈਕਰੋਕੂਲਮ ਬਟੇ 3.5 ਐਂਪੀਅਰ। 3.5 ਐਂਪੀਅਰ ਇਹ ਆ ਜਾਊਗਾ ਤੁਹਾਡਾ ਜੀ 20 ਮਾਈਕਰੋਸੈਕਿੰਡ। 20 ਮਾਈਕਰੋਸੈਕਿੰਡ ਚੌਥਾ ਜੀ ਕਰੈਕਟ ਆਨਸਰ। ਓਕੇ, ਨੈਕਸਟ ਸਵਾਲ ਹੈਗਾ ਜੀ ਤੁਹਾਡਾ ਸ਼ੈਡਰ ਪੋਲ ਮੋਟਰ ਹੈ ਜਿਹੜੀ ਸ਼ੈਡਰ ਪੋਲ ਸਿੰਗਲ ਫੇਸ ਇੰਡਕਸ਼ਨ ਮੋਟਰ ਇਜ਼ ਯੂਜ਼ਡ ਫॉर ਦ ਐਪਲੀਕੇਸ਼ਨ। ਇਹ ਟੋਇਜ਼ ਵਗੈਰਾ ਦੇ ਵਿੱਚ ਯੂਜ਼ ਹੁੰਦੀ ਹੈ ਜਿਵੇਂ ਇਲੈਕਟ੍ਰਿਕ ਕਲੌਕਸ ਵਗੈਰਾ ਹੋ ਗਈਆਂ ਨਾ, ਛੋਟੀਆਂ ਐਪਲੀਕੇਸ਼ਨ ਵਾਸਤੇ ਯੂਜ਼ ਕੀਤੀਆਂ ਛੋਟੀਆਂ ਡਰਾਈਵਸ ਦੇ ਵਿੱਚ।
फाइंड द इक्विवेलेंट हुण इक्विवेलेंट ਇਹਦਾ कैपेसिटेंस पता करना ਉਹ ਹੈਗਾ जी ਇਹਦਾ ਮੰਨ ਲਓ ਵੀ ਆਹ ਇਹ ਦੋਨੇ सीरीज ने सीरीज 'ਚ कितना हो जाऊगा 4/12 ये सीरीज हो गया प्लस 92 ਦੇ पैरल तो ਇਹਦਾ रिजल्ट आ जाऊगा 12+7 मतलब 19/7 माइक्रोफैरड 19/7 माइक्रोफैरड तीजा थोड़ा करैक्ट आंसर है। अगला सवाल 11वां सवाल है इन नॉमिनल टी कॉन्फ़िगरेशन द मीडियम ट्रांसमिशन लाइन द शंट कैपेसिटेंस इज assumed to be centered at the middle of the transmission line। जी टी कॉन्फ़िगरेशन के मीडियम ट्रांसमिशन लाइन आ वो शंट कैपेसिटेंस आ जी उन्होंने आप कितने अज्यूम करके चलते हैं कंसेंटर्ड at the middle of the transmission line in the circuit shown below the theorem reciprocity theorem अप्लाई करनी है। वो कहने दसो कि ये अप्लाई हो सकती है कि नहीं हो सकती। रेसिप्रोसिटी थ्योरम के सिंपली वो लगती है जिदे एक वोल्टेज सोर्स दिता हो, ठीक है। ये 2 वोल्टेज सोर्स दिते हुए हैं, इस करके ये नहीं अप्लाई हो सकता। इट कैन नॉट बी अप्लाई बिकॉज इट कंटेन मोर देन 1 वोल्टेज सोर्स। नेक्स्ट 13वां इन सेंट्रीफ्यूगल पंप एंड सेपरेटर डैश इज यूज कि मोटर ये वास्ते कॉन्सटेंट स्पीड कॉन्सटेंट पावर मोटर चाहिए होंगी है जी टॉर्क तो स्पीड दोनों कॉन्सटेंट हो होंगी है जी स्प्लिट फेस इंडक्शन मोटर। In a squirrel cage induction motor requires dash maintenance as compared to slip ring induction motor। slip ring slip ring लगी होंगे ने जिहदे करके घस जांदियां ने। इस करके जिहड़ी स्क्विरल केज इंडक्शन मोटर है ये इदां दा मतलब फीडिंग वास्ते कोई होंदा नहीं, कंटैक्टलैस फीडिंग होंदी है इहदे रोटर नूं, इस करके इहदा मेनटेनेंस बहुत घट है, सिग्निफिकेंटली लो। सवाल नंबर 15 कंसिडर द फॉलोइंग स्टेटमेंट फॉर द ऑक्सिलरी स्टार्टिंग मेथड ऑफ द सिंक्रोनस मोटर एंड सिलेक्ट द सूटेबल कॉम्बीनेशन ऑफ द करैक्ट चॉइस। ये की कह रहा है जी वो कहना भी वो सूटेबल कॉम्बीनेशन दो जोड़ा सिंक्रोनस मोटर नूं स्टार्ट करने वास्ते ऑक्सिलरी मोटर वरती जाती है। 3 फेज इंडक्शन मोटर इज यूज्ड एज एन ऑक्सिलरी मोटर, बिल्कुल सही है जी। एन इंडक्शन मोटर विद द सॉरी an induction motor with 2 poles fewer than the synchronous motor pole is used as an auxiliary motor। ये बिल्कुल सही है जी। जोड़े इंडक्शन मोटर आप यूज़ करते हैं वो स्लिप जी सिंक्रोनस मोटर वो जे 2 पोल घट भी होंगे तो भी चल जाती है। द ऑक्सिलरी मोटर ब्रिंग द सिंक्रोनस मोटर स्पीड आलमोस्ट इक्वल टू द सिंक्रोनस स्पीड। ये भी बिल्कुल सही है जी। ये जोड़ा है अपने सिंक्रोनस मोटर मैथड स्टेटमेंट सेलेक्ट द सूटेबल कॉम्बीनेशन फॉर द चॉइस, ठीक है जी। तो उस तो बाद ऑक्सिलरी मोटर स्टार्ट इज यूज्ड एट लोड सिंक्रोनस। ऑक्सिलरी मोटर कदे भी लोडड लोड हुई सिंक्रोनस मोटर में स्टार्ट नहीं करती क्योंकि उसकी पावर बड़ी घट होंगी है, इस करके 3rd इज द करैक्ट आंसर। रिलेटिव परमिटिविटी इज इनवर्सली प्रोपोर्शनल टू द एब्सोल्यूट परमिटिविटी ऑफ द फ्री स्पेस, क्योंकि जी परमिटिविटी होंगी है ये होंगी म्यू आर। रिलेटिव परमिटिविटी ये होंगी म्यू आर इक्वल टू म्यू मीडियम बटा फ्री स्पेस म्यू नॉट, ठीक है जी। इस करके कि बराबर एब्सोल्यूटली इनवर्सली प्रोपोर्शनल टू द एब्सोल्यूट फ्री स्पेस अगेंस्ट होंगी है, ठीक है।
Two component stray load losses of synchronous motor are ਜਿਹੜੇ ਦੋ ਕੰਪੋਨੈਂਟ ਆਫ ਸਟਰੇ ਲੋਡ ਸਿੰਕਰੋਨਸ ਮੋਟਰ ਦੇ ਵਿੱਚ ਪਾਏ ਜਾਂਦੇ ਨੇ। ਕਿਹੜੇ ਕੋ ਦੋ ਕੰਪੋਨੈਂਟ ਹੁੰਦੇ ਨੇ? ਉਹ ਹੁੰਦੇ ਨੇ ਜੀ ਤੁਹਾਡੇ ਆਇਰਨ ਲੋਸਿਸ ਡਿਊ ਟੂ ਆਰਮੇਚਰ ਲੀਕੇਜ ਫਲਕਸ ਅਤੇ ਆਰਮੇਚਰ ਓਮਿਕ ਲੋਸ ਡਿਊ ਟੂ ਸਕਿਨ ਇਫੈਕਟ। ਇਹਨੂੰ ਪਰਮਾਨੈਂਟਲੀ ਯਾਦ ਕਰ ਲਓ ਚੰਗੀ ਤਰ੍ਹਾਂ, ਮਤਲਬ ਕੰਸੈਪਟ ਕਲੀਅਰ ਹੋਣੇ ਚਾਹੀਦੇ। ਸਵਾਲ ਇੰਨੇ ਕੋਈ ਖਾਸ ਔਖੇ ਹੈ ਨਹੀਂ। ਹੁਣ ਆਹ ਸਵਾਲ ਬੜਾ ਸੌਖਾ, ਬੜਾ ਆਸਾਨ, ਥੋੜ੍ਹਾ ਜਿਹਾ ਘੁਮਾਇਆ ਹੋਇਆ। 5 ਕਿਲੋ ਵੋਲਟ ਐਂਪੀਅਰ ਟਰਾਂਸਫਾਰਮਰ 5 kV ਦਾ, ਆਇਰਨ ਲੋਸ 200 ਆ ਅਤੇ ਫੁੱਲ ਲੋਡ ਕਾਪਰ ਲੋਸ ਹੈ ਜਿਹੜਾ ਉਹ 350। ਮੈਕਸੀਮਮ ਐਫੀਸ਼ੀਐਂਸੀ ਆਫ ਦਾ ਟਰਾਂਸਫਾਰਮਰ ਅਕਰ ਵੈਨ ਦਾ ਟੋਟਲ ਲੋਸਿਸ ਇਜ਼ ਕਿੰਨੇ ਹੋਣੇ? ਟੋਟਲ ਲੋਸ ਪੁੱਛਿਆ ਉਹਨੇ 400, ਕਿਉਂਕਿ ਜਿਹੜਾ ਟਰਾਂਸਫਾਰਮਰ ਆਉਂਦਾ ਇਹਦੀ ਫੁੱਲ ਐਫੀਸ਼ੀਐਂਸੀ ਕਦੋਂ, ਮੈਕਸੀਮਮ ਐਫੀਸ਼ੀਐਂਸੀ ਕਦੋਂ ਹੁੰਦੀ ਹੈ? ਜਦੋਂ ਆਇਰਨ ਲੋਸਿਸ ਜਦੋਂ ਆਇਰਨ ਲੋਸਿਸ ਇਕੁਅਲ ਟੂ ਕਾਪਰ ਲੋਸਿਸ ਹੋ ਜਾਂਦੇ ਨੇ। ਠੀਕ ਹੈ ਜੀ। फाइंड द करंट थ्रू द 20 ओम रजिस्टेंस। सॉरी ਇਹਦੇ 'ਚ वोल्टेज नहीं लाई, इधर 10 वोल्ट है तो इधर 20 वोल्ट आ। ये टोटल रजिस्टेंस आ जो इधर में आप काउंट करें, टोटल रजिस्टेंस हो जूगी 10 वोल्ट बटा 22 इक्वल टू 0.40 सॉरी 45। ये आ जी थोड़ा करंट 1, ये करंट 1 हो गया। इधर चलो ये ओपोजिट डायरैक्शन के इदा इधर नूं करंट 2 थोड़ा हो जाऊगा 20 वोल्ट बटे 44 ओम रजिस्टेंस 24 प्लस 20, ये आ जी थोड़ा 0.45। करंट 2 आ जाऊगा जी। करंट 2 ओपोजिट चलता, इस करके ये माइनस च आ जाऊगा, ये पॉजिटिव आ जाऊगा। इस करके एक दूजे ये दोनों की हो जाएंगे, एक दूजे के ओपोजिट हो जाएंगे। इस करके इतों की करंट है जोड़ा टोटल करंट है जोड़ा या टोटल करंट कह लो, जहाँ पर करंट थ्रू 20 ओम जोड़ा होगा वो होगा 0 एम्पीयर। ठीक है जी, 0 एम्पीयर करंट होगा। इंडक्शन मोटर इफ स्लिप रिंग एस with regard to forward rotating flux, then its slip with regarding to the backward rotating flux will be। देखो एक स्लिप होगी, वन फारवर्ड स्लिप होगी, एक बैकवर्ड स्लिप होगी। इस करके ਇਹਦਾ ਫਾਰਵਰਡ 2 ਮਾਈਨਸ ਸਲਿੱਪ ਹੁੰਦੇ, 2 ਮਾਈਨਸ ਸਲਿੱਪ ਹੁੰਦੀ ਹੈ ਜਿਹੜੀ, ਉਹ ਕਿਹੜੀ ਸਲਿੱਪ ਹੁੰਦੀ ਹੈ ਜੀ? ਦੈਨ ਇਟਸ ਸਲਿੱਪ ਵਿਦ ਰਿਗਾਰਡਿੰਗ ਟੂ ਬੈਕਵਰਡ ਸਲਿੱਪ। ਠੀਕ ਹੈ ਜੀ। ਇੱਦਾਂ ਵੀ ਇਹਦਾ ਫਾਰਮੂਲਾ ਫਾਰਵਰਡ ਸਲਿੱਪ प्लस बैकवर्ड स्लिप इक्वल टू 2। ये फार्मूला पक्के तौर पर याद कर लो। The diversity factor of the ratio of the maximum individual non coincident load। coincident load मतलब individual sum of the individual coincident dash load of the different substation वो होगा मैक्सीमम। सारे आदा पहली गल तो है जो जिस मिनीमम लिखे वो पहली गल का ये है ही नहीं, मैक्सीमम आऊगा। ये भी मैक्सीमम है, ये मिनीमम है। तो अगली स्टेटमेंट पढ़ते हैं ऑफ द सिस्टम टू द डैश डिमांड ऑफ द कंप्लीट सिस्टम मैक्सीमम डिमांड। इस करके चौथा जी करैक्ट आंसर है।
In case of permanent magnetic synchronous motor ਵਿੰਡ ਪਾਵਰ ਪਲਾਂਟ ਦੇ ਉੱਪਰ ਜਿਹੜੇ ਪਰਮਾਨੈਂਟ ਮੈਗਨੇਟਿਕ ਸਿੰਕਰੋਨਸ ਜਨਰੇਟਰ ਯੂਜ਼ ਹੁੰਦੇ ਨੇ, ਉਹਨਾਂ ਦਾ ਮੇਨ ਕੰਮ ਕੀ ਹੁੰਦਾ ਵਾ, ਜਿਹੜੇ ਉਹਨਾਂ 'ਤੇ ਕਨਵਰਟਰ ਲੱਗੇ ਹੁੰਦੇ ਨੇ, ਪਰਮਾਨੈਂਟ ਮੈਗਨੇਟਿਕ ਸਿੰਕਰੋਨਸ ਜਨਰੇਟਰ ਦੇ ਉੱਪਰ ਜਿਹੜਾ ਕਨਵਰਟਰ ਲੱਗਿਆ ਹੁੰਦਾ ਉਹਦਾ ਮੇਨ ਕੰਮ ਹੁੰਦਾ AC to AC ਕਨਵਰਟਰ ਹੁੰਦੇ ਨੇ। ਉਹ ਵਨ ਲੈਵਲ ਆਫ AC ਟੂ ਅਨਦਰ ਲੈਵਲ ਆਫ AC ਕਨਵਰਟ ਕਰਦੇ ਨੇ। ਠੀਕ ਹੈ ਜੀ। ਡਾਇਨਾਮਿਕ ਰਜਿਸਟੈਂਸ ਆਫ ਦ ਡਾਇਡ ਆਫ ਇਜ਼ the ratio of dynamic resistance ਦਾ ਫਾਰਮੂਲਾ ਕੀ ਹੁੰਦਾ, R equal to B upon I। ਹੁਣ ਜਿਹੜੀ ਡਾਇਨਾਮਿਕ ਹੁੰਦੀ ਆ ਉਹਦੇ 'ਚ ਕੀ ਹੁੰਦਾ, ਰੇਟ ਆਫ ਚੇਂਜ ਆਫ ਵੋਲਟੇਜ, ਚੇਂਜ ਆਫ ਕਰੰਟ, ਚੇਂਜ ਆਫ ਵੋਲਟੇਜ, ਚੇਂਜ ਇਨ ਵੋਲਟੇਜ ਐਂਡ ਚੇਂਜ ਆਫ ਕਰੰਟ। ਪਹਿਲੇ ਇਹਦਾ ਸਹੀ ਆਨਸਰ ਹੈ। ਠੀਕ ਹੈ। ਇਹਨੂੰ ਇੱਦਾਂ ਵੀ ਲਿਖ ਸਕਦੇ ਆਪਾਂ, ਜੇ ਆਪਾਂ ਨੂੰ ਉੱਤੇ ਲਿਖਿਆ ਆ ਵੀ ਸਕਦਾ, ਡਾਇਨਾਮਿਕ ਰਜਿਸਟੈਂਸ DR। ਜੇ ਉੱਤੇ ਲਿਖ ਕੇ ਦਿੱਤਾ ਹੋਵੇ ਇੱਦਾਂ ਨਾ ਲਿਖਿਆ ਹੋਵੇ ਤਾਂ ਡੈਲਟਾ V ਬਟੇ ਡੈਲਟਾ I। ਠੀਕ ਹੈ ਜੀ। ਹਾਂ, ਡੈਲਟਾ ਜਿਹੜਾ ਅੱਗੇ ਲਿਖਿਆ ਹੋਇਆ ਇਹਦਾ ਮਤਲਬ ਹੈ ਰੇਟ ਆਫ ਚੇਂਜ ਆਫ ਵੋਲਟੇਜ ਜਾਂ ਚੇਂਜ ਇਨ ਵੋਲਟੇਜ ਵੀ ਕਹਿ ਦਿੰਦੇ ਨੇ। ਵਿੱਚ ਉਹਦਾ ਫਲੋਇੰਗ ਸਟੇਟਮੈਂਟ ਕਰੈਕਟਰ ਸਕੈਚ ਹੋਇਆ, ਹਿਸਟੈਰਿਸਿਸ ਮੋਟਰ ਇਜ਼ ਨਾਟ ਕਰੈਕਟ। ਹਿਸਟੈਰਿਸਿਸ ਮੋਟਰ ਦੇ ਬਾਰੇ ਕਿਹੜੀ ਸਟੇਟਮੈਂਟ ਹੈ ਜਿਹੜੀ ਨਾਟ ਕਰੈਕਟ ਹੈ? ਨਾਟ ਕਰੈਕਟ ਨੂੰ ਹਮੇਸ਼ਾ ਅੰਡਰਲਾਈਨ ਕਰ ਲਓ, ਯਾਦ ਰਹਿੰਦਾ ਪੇਪਰ ਦੇ ਵਿੱਚ। ਇਨ ਹਿਸਟੈਰਿਸਿਸ ਮੋਟਰ ਦ ਨੰਬਰ ਆਫ ਰੋਟਰ ਪੋਲ ਆਰ ਇਕੁਅਲ ਟੂ ਦ ਨੰਬਰ ਆਫ ਸਟੇਟਰ ਪੋਲ। ਇਹਦਾ ਸਹੀ ਆ। In a hysteresis motor, the number of rotor pole are greater than the number of stator pole। गलत है ये। By changing the number of the stator pole, changing the connection of the set of the synchronous motor speed for the motor can be obtained। ये भी सही है। By changing the number of stator pole, speed can be vary। Hysteresis motor have uniform torque from standstill to synchronous speed। ਇਹ ਵੀ ਸਹੀ ਹੈ। ਇਹ ਜੀ ਗਲਤ ਸਟੇਟਮੈਂਟ ਜਿਹੜੀ ਉਹ ਆਹੀ ਆ, ਉਹ ਕਹਿੰਦਾ ਵੀ ਹਿਸਟੈਰਿਸਿਸ ਮੋਟਰ ਦੇ ਨੰਬਰ ਆਫ ਪੋਲ ਨੇ, ਰੋਟਰ ਪੋਲ ਨੇ ਜਿਹੜੇ, ਉਹ ਗ੍ਰੇਟਰ ਦੈਨ ਦਾ ਨੰਬਰ ਆਫ ਸਟੇਟਰ ਪੋਲ ਹੁੰਦੇ ਨੇ, ਜਿਹੜਾ ਕਦੇ ਵੀ ਨਹੀਂ ਹੁੰਦਾ। Errors are introduced in the measurement by wattmeter due to dash between the current coil and pressure coil। ਪ੍ਰੈਸ਼ਰ ਕੋਇਲ ਅਤੇ ਕਰੰਟ ਕੋਇਲ ਦੇ ਵਿੱਚ ਮਿਊਚੁਅਲ ਇੰਡਕਟੈਂਸ ਪੈਦਾ ਹੁੰਦੀ ਹੈ, ਜਿਹਦੇ ਕਰਕੇ ਐਰਰ ਇੰਟਰੋਡਿਊਸ ਹੁੰਦਾ ਹੈ। ਠੀਕ ਹੈ ਜੀ। Which of the following statement about the law of the illumination is correct? The illumination is directly proportional to the luminous intensity। Yes। Inversely proportional to the square of the distance of the surface from the source। बिल्कुल सही है। The illumination is directly proportional to the distance of the surface from the source and inversely proportional to the square of the illumination। नहीं जी। ਦ illumination is directly intensity। ਬਾਕੀ ਸਾਰੀਆਂ ਸਟੇਟਮੈਂਟ ਨੇ ਜਿਹੜੀਆਂ ਥੋੜ੍ਹੀਆਂ ਗਲਤ ਨੇ। ਸਹੀ ਸਟੇਟਮੈਂਟ ਸਿਰਫ ਨੰਬਰ 1 ਹੀ ਕਰੈਕਟ ਸਟੇਟਮੈਂਟ ਹੈ। ਵਿਚ ਆਫ ਦਾ ਫਲੋਇੰਗ ਸਟੇਟਮੈਂਟ ਇਜ਼ ਕਰੈਕਟ ਅਬਾਊਟ ਦਾ ਪਿਓਰ ਰਜਿਸਟਿਵ AC ਸਰਕਟ। ਉਹ ਕਹਿੰਦਾ ਜੀ ਦ ਐਕਸਪ੍ਰੈਸ਼ਨ ਆਫ ਦਾ ਪਾਵਰ ਇਨ ਦਾ ਸੇਮ ਐਜ਼ DC ਸਰਕਟ। ਜਦੋਂ ਪਿਓਰਲੀ ਰਜਿਸਟਿਵ ਹੋਵੇ ਤਾਂ ਉਹ DC ਸਰਕਟ ਦੀ ਤਰ੍ਹਾਂ ਹੀ ਕੰਮ ਕਰਦਾ ਹੈ। If
input frequency of 100 hertz and half wave rectifier, the ripple frequencies would be same ही ਹੁੰਦੀਆਂ bridge rectifier ਤੇ half wave वास्ते F0 इनपुट है जी वो सेम ही होंगी है F आउटपुट। ठीक है जी। तो जोड़ा होंगे अपना ब्रिज रैक्टिफायर वो वास्ते 2F0 हो जाती है आउटपुट इक्वल टू आउटपुट। विच ऑफ द फॉलोइंग स्टेटमेंट इज ट्रू, यही स्टेटमेंट ट्रू है जी। फीडर आर डिजाइंड फॉर design from the point of the view of its current carrying capacity बिल्कुल सही है जी। डिस्ट्रीब्यूटेड डिजाइन टू द बेसिस ऑफ द वोल्टेज ड्रॉप बिल्कुल सही है। वोल्टेज वेरीएशन है तो कंज्यूमर नॉट वेरी कर ही नहीं सकते वोल्टेज में वेरी जोड़ा रैगूलेशन के अकॉर्डिंग 3% तो ज़्यादा वोल्टेज में वेरी नहीं कर सकते। इस करके स्टेटमेंट ए तो 2 आ जी ए भी है जी वो करैक्ट आ। विच ऑफ द फॉलोइंग इंफॉर्मेशन इज नॉट रिक्वायर्ड फॉर द परचेजिंग ऑर्डर। परचेजिंग ऑर्डर के वास्ते सिर्फ अपन जोड़ा है मेन रिस्क ऑफ डिलीवरी या डिफिकल्टीज इन्होंने चीज़ों से आप फोकस नहीं करते। अपन सिर्फ क्वांटिटी आइटम ऑर्डर करने होंगे ने तो फिर डेट ऑफ डिलीवरी अपन मैंशन होनी चाहिए नेम द एड्रैस ऑफ द सप्लायर। ठीक है जी। तो इत्थे तक अपने 30 सवाल ने जोड़े सॉल्व हो गए 100 के विचों, बाकी 60 ने जोड़े वो अगली वीडियो के पोस्ट करांगे। थैंक यू, थैंक्स फॉर वॉचिंग।